ਭਾਦੋ ਦੀ 7ਵੀਂ ਨੂੰ ਹਰ ਸਾਲ ਹੀ ਵਿਆਹ ਪੁਰਬ ਮਨਾਇਆ ਜਾਂਦਾ ਹੈ। ਸਿੰਘ ਸਾਹਿਬਾਨ ਅਕਾਲ ਤਖਤ ਦੇ ਜਥੇਦਾਰ ਸਾਹਿਬ ਇੱਥੇ ਹਰ ਸਾਲ ਹੀ ਵਿਆਹ ਪੁਰਬ 'ਤੇ ਆਉਂਦੇ ਸਨ। ਕੋਵਿਡ-19 ਕਰਕੇ ਇਹ ਸਾਰੇ ਸਮਾਗਮ ਜੋ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਲਤਵੀ ਕਰ ਦਿੱਤੇ ਗਏ ਹਨ, ਲੇਕਿਨ ਫਿਰ ਵੀ ਕੱਲ੍ਹ 23 ਅਗਸਤ ਨੂੰ ਸਵੇਰੇ 9 ਵਜੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਹੋ ਰਹੇ ਹਨ, ਜਿਸ ਦੀ ਸੰਪੂਰਨਤਾ 25 ਤਰੀਕ ਨੂੰ ਸਵੇਰੇ 8 ਵਜੇ ਹੋਵੇਗੀ। ਜਿਸ ਵਿੱਚ ਸ਼ਹਿਰ ਦੇ ਜਿੱਧਰ ਵੀ ਪਤਵੰਤੇ ਸੱਜਣ ਉਹਨਾਂ ਸਾਰਿਆਂ ਸੰਗਤਾਂ ਨੂੰ ਵੀ ਬੁਲਾਇਆ ਗਿਆ ਹੈ ਕਿ ਇਸ ਜੋ ਆਪ ਦੀ ਸੰਪੂਰਨਤਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉਸ ਦਿਨ ਤੁਸੀਂ ਇੱਥੇ ਆ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਅਤੇ ਨਾਲੇ ਵਿਆਹ ਦੀਆਂ ਪੁਰਬ ਦੀਆਂ ਖੁਸ਼ੀਆਂ ਵਿੱਚ ਤੁਸੀਂ ਇਸ ਵਿੱਚ ਸ਼ਾਮਿਲ ਹੋਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸਾਧ ਸੰਗਤ ਜੀਓ, ਆਪ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਤੇ ਮਾਤਾ ਸੁਲੱਖਣੀ ਦੇ ਵਿਵਾਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ। ਔਰ ਦਾ ਟੀਵੀ NRI ਇਸ ਮੌਕੇ ਇਹ ਜੋ ਸੁਭਾਗ ਸਮਾਂ ਪ੍ਰਾਪਤ ਹੁੰਦਾ ਹਰ ਸਾਲ ਬਟਾਲਾ ਦੀ ਪਾਵਨ ਧਰਤੀ ਤੋਂ, ਇਸ ਸੁਭਾਗ ਸਮੇਂ ਦੇ ਵਿੱਚ ਅਸੀਂ ਇਸ ਵੇਲੇ ਖੜ੍ਹੇ ਹਾਂ ਮਾਤਾ ਸੁਲੱਖਣੀ ਜੀ ਦੇ ਉਸ ਘਰ ਦੇ ਵਿੱਚ ਜਿਸ ਜਗ੍ਹਾ 'ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਰਾਤ ਜਿਹੜੀ ਹੈ ਉਹ ਪਹੁੰਚਦੀ ਹੈ ਔਰ ਜਿਸ ਜਗ੍ਹਾ 'ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਫੇਰੇ ਮਾਤਾ ਸੁਲੱਖਣੀ ਜੀ ਦੇ ਨਾਲ ਹੁੰਦੇ ਨੇ, ਯਾਨੀ ਕਿ ਗ੍ਰਸਥ ਧਰਮ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਪ੍ਰਵੇਸ਼ ਕਰਦੇ ਨੇ। ਇਸ ਵੇਲੇ ਅਸੀਂ ਖੜ੍ਹੇ ਹਾਂ ਗੁਰਦੁਆਰਾ ਡੇਰਾ ਸਾਹਿਬ, ਅਜੋਕੇ ਸਮੇਂ ਦੇ ਵਿੱਚ ਗੁਰਦੁਆਰਾ ਡੇਰਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੋ ਸਾਡੇ ਨਾਲ ਪ੍ਰਧਾਨ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਸ਼ੁਭ ਨਾਮ ਸੰਗ? ਦਾਸ ਰਜਿੰਦਰ ਸਿੰਘ ਐਡਵੋਕੇਟ, ਸਾਬਕਾ ਪ੍ਰਧਾਨ ਗੁਰਦੁਆਰਾ ਡੇਰਾ ਸਾਹਿਬ ਸਤਕਰਤਾਰੀਆਂ ਸਾਹਿਬ ਬਟਾਲਾ। ਸਾਡੇ ਨਾਲ ਮੈਨੇਜਰ ਸਾਹਿਬ ਦਵਿੰਦਰ ਸਿੰਘ ਬਾਜਵਾ, ਮੈਨੇਜਰ ਗੁਰਦੁਆਰਾ ਡੇਰਾ ਸਾਹਿਬ ਸਤਕਰਤਾਰੀਆਂ ਬਟਾਲਾ। ਸਾਡੇ ਨਾਲ ਭਾਈ ਗੁਰਖੇਲ ਸਿੰਘ ਜੀ, ਰਿਕਾਰਡ ਕੀਪਰ ਗੁਰਦੁਆਰਾ ਡੇਰਾ ਸਾਹਿਬ ਸਤਕਰਤਾਰ ਜੀ। ਸਾਡੇ ਸਮੁੱਚੇ ਦਰਸ਼ਕ ਜਿੰਨੇ ਵੀ ਦੇਖ ਰਹੇ ਜੀ, ਉਹਨਾਂ ਵੱਲੋਂ ਵੀ ਆਪ ਸਭ ਨੂੰ ਸਮੁੱਚੀ ਜੋ ਸੇਵਾਦਾਰਾਂ ਦੀ ਟੀਮ ਹੈ ਜੀ, ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਪਾਵਨ ਦਿਹਾੜੇ ਤੇ ਆਪ ਸਭ ਨੂੰ ਲੱਖ ਲੱਖ ਵਧਾਈਆਂ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਤੋਂ 533 ਸਾਲ ਪਹਿਲਾਂ ਇਸ ਸਥਾਨ 'ਤੇ ਸੁਲਤਾਨਪੁਰ ਲੋਧੀ ਤੋਂ ਬਟਾਲਾ ਵਿਖੇ ਮਾਤਾ ਸੁਲੱਖਣੀ ਜੀ ਨਾਲ ਜੋ ਉਹਨਾਂ ਦਾ ਵਿਆਹ ਕਾਰਜ ਹੋਣਾ ਸੀ, ਇਸ ਸਥਾਨ 'ਤੇ ਜਿੱਥੇ ਮਾਤਾ ਸੁਲੱਖਣੀ ਜੀ ਦਾ ਘਰ ਸੀ, ਇਹ ਉਹ ਸਥਾਨ ਹੈ ਜਿੱਥੇ ਗੁਰਦੁਆਰਾ ਡੇਰਾ ਸਾਹਿਬ ਇਸ ਵੇਲੇ ਸਥਾਪਿਤ ਕੀਤਾ ਗਿਆ ਹੈ। ਇਸ ਦੀ ਸੇਵਾ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਕਾਰ ਸੇਵਾ ਵਾਲਿਆਂ ਨੇ ਆਰੰਭ ਕੀਤੀ ਸੀ, ਜੋ ਸੰਪੂਰਨਤਾ ਹੋਈ। ਸੰਪੂਰਨਤਾ ਤੋਂ ਬਾਅਦ ਇੱਥੇ ਸਮਾਗਮ ਹੋਏ। ਬਹੁਤ ਸਾਰੇ ਵਿਦਵਾਨ ਸਿੰਘ ਸਾਹਿਬਾਨ ਅਕਾਲ ਤਖਤ ਦੇ ਜਥੇਦਾਰ ਸਾਹਿਬ ਇੱਥੇ ਹਰ ਸਾਲ ਵਿਆਹ ਪੁਰਬ 'ਤੇ ਆਉਂਦੇ ਸਨ, ਪਰ ਐਤਕੀ ਕੋਵਿਡ-19 ਕਰਕੇ ਇਹ ਸਾਰੇ ਸਮਾਗਮ ਜੋ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਲਤਵੀ ਕਰ ਦਿੱਤੇ ਗਏ ਹਨ, ਲੇਕਿਨ ਫਿਰ ਵੀ ਕੱਲ੍ਹ 23 ਅਗਸਤ ਨੂੰ ਸਵੇਰੇ 9 ਵਜੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਹੋ ਰਹੇ ਹਨ, ਜਿਸ ਦੀ ਸੰਪੂਰਨਤਾ 25 ਤਰੀਕ ਨੂੰ ਸਵੇਰੇ 8 ਵਜੇ ਹੋਵੇਗੀ। ਜਿਸ ਵਿੱਚ ਸ਼ਹਿਰ ਦੇ ਜਿੱਧਰ ਵੀ ਪਤਵੰਤੇ ਸੱਜਣ ਉਹਨਾਂ ਸਾਰਿਆਂ ਸੰਗਤਾਂ ਨੂੰ ਵੀ ਬੁਲਾਇਆ ਗਿਆ ਹੈ ਕਿ ਇਸ ਜੋ ਆਪ ਦੀ ਸੰਪੂਰਨਤਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉਸ ਦਿਨ ਤੁਸੀਂ ਇੱਥੇ ਆ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਅਤੇ ਨਾਲੇ ਵਿਆਹ ਦੀਆਂ ਪੁਰਬ ਦੀਆਂ ਖੁਸ਼ੀਆਂ ਵਿੱਚ ਤੁਸੀਂ ਇਸ ਵਿੱਚ ਸ਼ਾਮਿਲ ਹੋਣਾ ਹੈ। ਮੈਂ ਇਹਦੇ 'ਚ ਮੈਂ ਪ੍ਰਧਾਨ ਸਾਹਿਬ ਇਹ ਜਾਣਨਾ ਚਾਹਾਂਗਾ ਕਿ ਇਹ ਜੋ ਸੰਗਤ ਵੀ ਹੈ ਉਹਨਾਂ ਦੇ ਮਨਾਂ 'ਚ ਅਸਲ 'ਚ ਪਹਿਲਾਂ ਤਾਂ ਤਾਰੀਖ ਕਲੀਅਰ ਕੀਤੀ ਜਾਵੇ ਕਿ ਕਿਸ ਦਿਨ ਵਿਵਾਹ ਪੁਰਬ ਵਾਲੀ ਕਿਹੜੀ ਤਾਰੀਖ ਹੈ? ਇਹ ਭਾਦੋ ਦੀ 7ਵੀਂ ਨੂੰ ਹਰ ਸਾਲ ਹੀ ਵਿਆਹ ਪੁਰਬ ਮਨਾਇਆ ਜਾਂਦਾ ਹੈ। ਇਹ ਉਸ ਦਿਨ ਤੋਂ ਹੀ ਗੁਰੂ ਨੇ ਕਿਰਪਾ ਕੀਤੀ ਕਿ ਵਿਆਹ ਪੁਰਬ ਜੋ ਸਾਡੇ ਸ਼ਹਿਰ ਵਿੱਚ ਸਭ ਤੋਂ ਇਤਿਹਾਸਕ ਸਥਾਨ ਗੁਰਦੁਆਰਾ ਡੇਰਾ ਸਾਹਿਬ ਔਰ ਸ੍ਰੀ ਕੰਧ ਸਾਹਿਬ ਹੈ ਜੀ। ਪ੍ਰਧਾਨ ਸਾਹਿਬ, ਹਰ ਵਾਰ ਜਿਹੜੀ ਇੱਥੋਂ ਸਗਨ ਦੀ ਰਸਮ ਇੱਕ ਕਹੀ ਜਾਂਦੀ ਸੀ, ਉਹ ਗੁਰਦੁਆਰਾ ਸਤਕਰਤਾਰੀ ਸਾਹਿਬ ਤੋਂ ਰਵਾਨਾ ਹੁੰਦੀ ਸੀ। ਫਿਰ ਨਗਰ ਕੀਰਤਨ ਜਿਹੜਾ ਬਾਰਾਤ ਰੂਪੀ ਨਗਰ ਕੀਰਤਨ ਹੈ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੁੰਦਾ ਸੀ, ਉਹਦੇ ਬਾਰੇ ਇਸ ਵਾਰੀ ਕੀ ਫੈਸਲਾ ਲਿਆ? ਸਰਕਾਰ ਦੀ ਹਦਾਇਤਾਂ ਅਨੁਸਾਰ ਇਸ ਵਾਰ ਜੋ ਹਰ ਸਾਲ ਹੀ
ਗੁਰਦੁਆਰਾ ਸਤਕਰਤਾਰੀਆਂ ਸਾਹਿਬ ਤੋਂ ਸੰਗਤ, ਗੁਰਦੁਆਰਾ ਡੇਰਾ ਸਾਹਿਬ ਤੋਂ ਸੰਗਤ, ਕੰਧ ਸਾਹਿਬ ਤੋਂ ਸੰਗਤ ਇਕੱਠੀ ਹੋ ਕੇ ਸੁਲਤਾਨਪੁਰ ਲੋਧੀ ਜਾਂਦੀ ਸੀ। ਰਾਤ ਉੱਥੇ ਵਿਸਰਾਮ ਹੁੰਦਾ ਸੀ ਔਰ ਸਵੇਰੇ ਉੱਥੇ ਠੀਕ 7 ਵਜੇ ਹਰ ਸਾਲ ਹੀ ਨਗਰ ਕੀਰਤਨ ਆਰੰਭ ਹੁੰਦਾ ਸੀ, ਜੋ ਦੇਰ ਰਾਤ ਨੂੰ 11, 12, 1 ਵੀ ਵੱਜ ਸਕਦਾ ਸੀ। ਇਤਨੀ ਸੰਗਤ ਨੇ ਰਸਤੇ 'ਚ ਆਓ ਭਗਤ ਕਰਦੇ ਸੀ ਕਿ ਬਿਆਨ ਨਹੀਂ ਕੀਤੀ ਜਾ ਸਕਦੀ। ਔਰ ਲੱਖਾਂ ਦੀ ਤਾਦਾਦ ਵਿੱਚ ਸੰਗਤ ਜੋ ਮਹਿਤਾ ਸਾਹਿਬ ਤੋਂ ਹੋ ਕੇ ਜਦ ਬਟਾਲਾ ਸਾਹਿਬ ਵਿਖੇ ਪਹੁੰਚਦੇ, ਕਮ ਸੇ ਕਮ 7-8 ਘੰਟੇ ਲੱਗਦੇ ਸੀ। ਇਸ ਕਰਕੇ ਸਰਕਾਰ ਨੇ ਐਤਕੀ ਆਗਿਆ ਨਹੀਂ ਦਿੱਤੀ, ਉਹ ਨਗਰ ਕੀਰਤਨ ਵੀ ਕੈਂਸਲ ਕਰ ਦਿੱਤਾ ਗਿਆ ਹੈ। ਔਰ ਜੋ ਬਟਾਲਾ ਸ਼ਹਿਰ 'ਚ ਲੋਕਲ ਗੁਰਦੁਆਰਾ ਡੇਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੁੰਦਾ ਸੀ, ਉਹ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਲਤਵੀ ਕੀਤਾ ਗਿਆ ਹੈ। ਇਸ ਵਾਰੀ ਕੋਈ ਵੀ ਨਗਰ ਕੀਰਤਨ ਬਟਾਲਾ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ਤੋਂ ਆਰੰਭ ਨਹੀਂ ਹੋਵੇਗਾ। ਉਹਨਾਂ ਦੀ ਹਦਾਇਤਾਂ ਇਹੋ ਹੀ ਹਨ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਪ ਅਖੰਡ ਪਾਠ ਸਾਹਿਬ ਕਰਾਓ। ਬਹੁਤਾ ਸੰਗਤ ਨੂੰ ਨਵਾਜਣਾ ਨਹੀਂ, ਲੇਕਿਨ ਸੰਗਤ ਆਪਣੇ ਆਪ ਹੀ ਆ ਰਹੀ ਹੈ। ਜੀ ਪ੍ਰਧਾਨ ਸਾਹਿਬ, ਜਿਵੇਂ ਆਮ ਤੌਰ ਤੇ ਸ਼ਰਧਾ ਹੁੰਦੀ ਸੀ ਬਹੁਤ ਸਾਰੀ ਸੰਗਤ ਦੀ, ਅਸੀਂ ਦੇਖਦੇ ਸੀਗੇ ਕਿ ਅਲੱਗ-ਅਲੱਗ ਰਸਤਿਆਂ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਅਖੰਡ ਪਾਠ ਸਾਹਿਬ ਰਖਾਏ ਜਾਂਦੇ ਸੀ, ਉਹਨਾਂ ਦੇ ਭੋਗ ਪੈਂਦੇ ਸੀ, ਕਵੀ ਸ਼੍ਰੀ ਰਾਗੀ ਢਾਡੀ ਕਥਾਵਾਚਕ ਪਹੁੰਚਦੇ ਸੀ। ਕਿ ਇਸ ਵਾਰ ਵੀ ਇਸ ਤਰ੍ਹਾਂ ਦੇ ਕੋਈ ਪ੍ਰਬੰਧ ਹੈਗੇ ਕਿ ਇਸ ਵਾਰੀ ਉਹ ਵੀ ਬਿਲਕੁਲ ਮਨਾ ਕਰ ਦਿੱਤਾ ਸਰਕਾਰ? ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਪ੍ਰੋਗਰਾਮ ਉਹਨਾਂ ਨੇ ਮੁਲਤਵੀ ਕਰ ਦਿੱਤੇ ਹਨ। ਨਗਰ ਕੀਰਤਨ ਦੇ ਰਸਤੇ ਵਿੱਚ ਆਉਂਦਿਆਂ ਕਈਆਂ ਨੇ ਸ਼ਰਧਾ ਅਨੁਸਾਰ ਆਪਣੀ ਸੰਗਤਾਂ ਦੀ ਸੇਵਾ ਕਰਦੇ ਸਨ। ਉਹਨਾਂ ਨੇ ਕਿਹਾ ਕਿ ਜੋ ਵੀ ਆਪ ਜੀ ਨੇ ਸੇਵਾ ਕਰਨੀ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਕਰੋ, ਬਾਹਰ ਤੁਸੀਂ ਰੋਡ ਤੇ ਵੀ ਨਹੀਂ ਕਰ ਸਕਦੇ। ਕੋਈ ਪਾਬੰਦੀ ਤਾਂ ਨਹੀਂ ਲੱਗੀ ਕਿ ਗੁਰਦੁਆਰਾ ਹਦੂਦ ਦੇ ਅੰਦਰ ਜਿਹੜੀ ਹੈ ਉਹ ਸੰਗਤ ਦੀ ਗਿਣਤੀ ਇਸ ਤੋਂ ਵੱਧ ਨਾ ਹੋਵੇ? ਉਹਨਾਂ ਦੀ ਹਦਾਇਤਾਂ ਅਨੁਸਾਰ ਤੇ ਬਹੁਤ ਲਿਮਟਿਡ ਸੰਗਤ ਉਹਨਾਂ ਕਿਹਾ ਕਿ 20 ਆਦਮੀ ਤੋਂ ਅੰਦਰ ਨਹੀਂ ਆਉਣੇ ਚਾਹੀਦੇ। ਪਰ ਪਿਛਲੇ ਦਿਨੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਤਸਵ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਗਿਆ ਔਰ ਦੇਖਣ 'ਚ ਆਇਆ ਕਿ ਸਰਕਾਰ ਦੀਆਂ ਹਦਾਇਤਾਂ ਦੇ ਉਲਟੀ ਹੀ ਇਤਨੀ ਸੰਗਤ ਉੱਥੇ ਦਰਸ਼ਨ ਕਰਨ ਵਾਸਤੇ ਕਿ ਉਹ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸੰਗਤਾਂ ਦੀ ਆਪਣੀ ਭਾਵਨਾ ਹੁੰਦੀ ਹੈ। ਜੀ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਦੇ ਵਿੱਚ ਕਿਸੇ ਨੂੰ ਖੁਸ਼ੀਆਂ ਬਖਸ਼ਣ ਵਾਸਤੇ ਬੁਲਾਉਣਾ ਹੈ ਤਾਂ ਉਦੋਂ ਫਿਰ ਕਿਸੇ ਕਾਨੂੰਨ ਦੀ ਪਰਵਾਹ ਵੀ ਨਹੀਂ ਹੋਣੀ। ਲੋਕਾਂ ਨੇ ਆਉਣਾ ਹੈ, ਸੰਗਤ ਨੇ ਆਉਣਾ ਹੈ ਔਰ ਕਾਨੂੰਨ ਨੇ, ਜਿਵੇਂ ਕਾਨੂੰਨ ਨੂੰ ਵੀ ਜਾਣਦਾ ਕਿ ਆਸਥਾ ਦੇ ਅੱਗੇ ਕਾਨੂੰਨ ਬਾਉਣਾ ਦਿਖਾਈ ਦਿੰਦਾ। ਕੋਈ ਵੱਡੀ ਗੱਲ ਨਹੀਂ ਹੈ ਕਿ ਸੰਗਤਾਂ ਦਾ ਇਸ ਵਾਰ ਵੀ ਜਿਵੇਂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅਸੀਂ ਦੇਖਿਆ ਹੈ ਕਿ ਉਸ ਜਗ੍ਹਾ ਤੇ ਵੀ ਗੁਰੂ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਕਿਸ ਤਰੀਕੇ ਨਾਲ ਸੰਗਤਾਂ ਦਾ ਬਹੁਤ ਵੱਡਾ ਇਕੱਠ ਦੇਖਣ ਨੂੰ ਮਿਲਿਆ। ਪਰ ਬਟਾਲਾ ਦੇ ਵਿੱਚ ਨਗਰ ਨਿਗਮ ਬਣਦਾ ਹੈ, ਉਸ ਤੋਂ ਬਾਅਦ ਵੈਸੇ ਤਾਂ ਸਫਾਈ ਦੇ ਪ੍ਰਬੰਧ ਵੀ ਕੋਈ ਅੱਛੇ ਨਹੀਂ ਹੈ ਜੀ, ਬਹੁਤ ਬੁਰੇ ਹਾਲਤ ਨੇ। ਸਫਾਈ ਦੇ ਪ੍ਰਬੰਧ ਇਤਨੇ ਵਧੀਆ ਨੇ ਕਿ ਬਿਆਨ ਨਹੀਂ ਕੀਤੇ ਜਾ ਸਕਦੇ, ਕਿਉਂਕਿ ਸਮਾਧ ਰੋਡ ਤੇ ਤੁਸੀਂ ਦੇਖੋ ਜਿੱਥੋਂ ਮੇਨ ਸੰਗਤ ਨੇ ਆਉਣਾ ਸਭ ਖੱਡੇ ਪਏ ਨੇ, ਛਾਤੀ ਨਾਲ ਖੱਡੇ ਪਏ ਨੇ। ਕਿਸੇ ਨੇ ਕੋਈ ਖੱਡਾ ਪੂਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਸ਼ਹਿਰ ਸਾਰੇ ਪੰਜਾਬ ਤੋਂ ਕਿ ਹਿੰਦੁਸਤਾਨ ਤੋਂ ਸੰਗਤਾਂ ਆਉਂਦੀਆਂ ਨੇ ਕਿ ਅਸੀਂ ਉਹਨਾਂ ਨੇ ਜੀ ਆਇਆਂ ਆਖਣਾ, ਪਰ ਕੋਈ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਐਸਾ ਕੀਤਾ ਨਹੀਂ ਗਿਆ ਕਿ ਰੋਡ ਬਣਾ ਰਹੇ। ਪ੍ਰਸ਼ਾਸਨ ਵੱਲੋਂ ਖੱਡੇ ਜਿਹੜੇ ਨੇ ਨਾ, ਕਹਿੰਦੇ ਨਾ ਕਿਸੇ ਦੇ ਰਾਹ 'ਚ ਟੋਏ ਪੁੱਟਣੇ, ਸਾਡੇ ਪੰਜਾਬ 'ਚ ਆਮ ਜੀ ਕਹਾਵਤ ਹੈਗੀ ਹੈ, ਤਾਂ ਪ੍ਰਸ਼ਾਸਨ ਨੇ ਸੋਰੀ ਸੰਗਤਾਂ ਦੇ ਰਾਹ 'ਚ ਟੋਏ ਪੁੱਟੇ, ਖੱਡੇ ਪੁੱਟਣੇ, ਉਹਦਾ ਨਤੀਜਾ ਉਹਨਾਂ ਨੂੰ ਕੀ ਭੁਗਤਣਾ ਪੈਂਦਾ ਤਾਂ ਸਮਾਂ ਦੱਸੇ। ਮੈਨੇਜਰ ਸਾਹਿਬ, ਸੰਗਤਾਂ ਬਹੁਤ ਕੁਝ ਹੈ ਜਿਵੇਂ ਸੰਗਤਾਂ ਦੀ, ਮੈਂ ਸਿਰਫ ਆਪ ਜੀ ਤੋਂ ਇਹ ਜਾਨਣਾ ਚਾਹਨਾ ਪ੍ਰਬੰਧ ਕੈਸੇ ਨੇ ਸੰਗਤਾਂ ਦੀ? ਆਓ ਭਗਤ ਜੀ, ਪ੍ਰਬੰਧ ਕੈਸੇ ਨੇ ਵੀਰ ਜੀ? ਹਾਂਜੀ, ਗੁਰੂ ਪਿਆਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਹਰ ਠਹਿਰਣ ਦੇ ਲੰਗਰਾਂ ਦੇ ਪ੍ਰਬੰਧ ਬਿਲਕੁਲ ਦੱਸ ਦਿਓ। ਹਾਂਜੀ, ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੰਗਤਾਂ ਦੀ ਸ਼ਰਧਾ ਭਾਵਨਾ ਦੇ ਅੱਗੇ ਜਿਹੜਾ ਪ੍ਰਸ਼ਾਸਨ ਆ ਉਹਦੀ ਆਪਣੀ ਉਹਨਾਂ ਵੱਲੋਂ ਜਿਹੜੀ ਕੋਵਿਡ-19 ਨੂੰ ਮੁੱਖ ਰੱਖਦੇ ਹੋਏ ਸਾਨੂੰ ਜਿਹੜਾ ਪ੍ਰਸ਼ਾਸਨ ਵੱਲੋਂ ਆਗਾਜ਼ ਕੀਤਾ ਗਿਆ ਸੀ ਕਿ ਗੁਰਦੁਆਰਾ ਸਾਹਿਬ ਵਿਖੇ ਇੰਨੀ ਗਿਣਤੀ ਵਿੱਚ ਸੰਗਤਾਂ ਹੋਣੀਆਂ ਚਾਹੀਦੀਆਂ ਹਨ, ਸੈਨੀਟਾਈਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਜਿਹੜੇ ਬਾਂਸ ਲਾ ਕੇ ਰੋਕ ਕੇ ਸੰਗਤ ਨੂੰ ਅੰਦਰ ਭੇਜਣਾ ਹੈ। ਪਰ ਸੰਗਤ ਦੀ ਆਪਣੀ ਸ਼ਰਧਾ ਤੇ ਪਿਆਰ ਹੈ। ਕੁਝ ਦਿਨ ਪਹਿਲਾਂ ਤੋਂ ਹੀ ਆ ਜਿਹੜੇ ਗੁਰਮਤਿ ਸਮਾਗਮ ਗੁਰਦੁਆਰਾ ਡੇਰਾ ਸਾਹਿਬ ਕੇ ਚੱਲ ਰਹੇ ਹਨ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇੱਥੇ ਰੋਜ਼ ਨਤਮਸਤਕ ਹੁੰਦੀਆਂ ਗੁਰੂ ਨਾਨਕ ਸਾਹਿਬ ਜੀ ਦੀਆਂ ਤੇ ਮਾਤਾ ਸੁਲੱਖਣੀ ਜੀ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਜੀ। ਸੋ ਆਪ ਸਰਬੱਤ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ 533ਵੇਂ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀਆਂ ਲੱਖ ਵਧਾਈਆਂ। ਸੋ ਜਿਹੜੀਆਂ ਵੀ ਸੰਗਤਾਂ ਆਉਂਦੀਆਂ ਨੇ ਉਹਨਾਂ ਵਾਸਤੇ ਸਿੱਖ ਸੰਗਤਾਂ ਵੱਲੋਂ ਅਤੇ ਸਾਡੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜੋ ਕਿ ਗੁਰੂ ਜੀ ਅਪਾਰ ਕਿਰਪਾ ਰਹਿਮਤ ਸਦਕਾ ਖਾਵੇ ਖਰਚਾ ਰਲ ਮਿਲ ਭਾਈ ਤੋੜ ਨਾ ਆਵੇ ਵਾਧੋ ਜਾਈ ਦੇ ਮਹਾਵਾਕਾਂ ਅਨੁਸਾਰ ਚੱਲ ਰਹੇ ਹਨ। ਸੋ ਜਿਹੜੇ
ਸੰਗਤਾਂ ਦੇ ਰਹਿਣ ਸਹਿਣ ਦਾ ਜਿਹੜਾ ਉਹ ਅੱਗੇ ਦੂਰ ਦੁਰਾਡੇ ਤੋਂ ਦੇਸ਼ਾਂ ਪ੍ਰਦੇਸ਼ਾਂ ਚੋਂ ਤੇ ਬਾਹਰਲੀਆਂ ਸਟੇਟਾਂ ਤੋਂ ਸਾਰੇ ਪੰਜਾਬ ਤੋਂ ਸੰਗਤ ਆਉਂਦੀ ਸੀ। ਉਹਨਾਂ ਦੇ ਰਹਿਣ ਸਹਿਣ ਦਾ ਅੱਗੇ ਪ੍ਰਬੰਧ ਕੀਤਾ ਜਾਂਦਾ ਸੀ, ਜਿਵੇਂ ਕਿ ਰਾਮਗੜੀਆ ਹਾਲ, ਹੋਰ ਵੀ ਕਿਤੇ ਸਕੂਲਾਂ ਵਿੱਚ ਸੰਗਤ ਦਾ ਠਹਿਰਾ ਕੀਤਾ ਜਾਂਦਾ ਸੀ। ਪਰ ਇਸ ਵਾਰ ਸੰਗਤ ਜਿਹੜੀ ਆ ਉਹ ਦੂਰ ਦੇਸ਼ਾਂ ਪ੍ਰਦੇਸ਼ਾਂ ਤੋਂ ਨਹੀਂ ਆ ਰਹੀ। ਸ਼ਹਿਰ ਦੀ ਜਿਹੜੀ ਲੋਕਲ ਸੰਗਤ ਆ ਉਹ ਆਪਣੀ ਸ਼ਰਧਾ ਭਾਵਨਾ ਅਨੁਸਾਰ ਰੋਜ਼ਾਨਾ ਹਜ਼ਾਰਾਂ ਨਾਲ ਨਤਮਸਤਕ ਹੁੰਦੀ ਆ ਤੇ ਉਹ ਆਪਣੇ ਦਰਸ਼ਨ ਪਰਸ਼ਨ ਕਰਕੇ ਗੁਰੂ ਸਾਹਿਬ ਦੇ ਦਰ ਘਰ ਤੇ ਸੇਵਾ ਕਰਕੇ ਤਨ ਮਨ ਧਨ ਨਾਲ ਖੁਸ਼ੀਆਂ ਪ੍ਰਾਪਤ ਕਰੀ ਤੇ ਉਹ ਆਪਣੇ ਘਰ ਨੂੰ ਚਲੀ ਜਾਂਦੀਆਂ ਨੇ। ਇਸ ਕਰਕੇ ਵਿਸ਼ੇਸ਼ ਪ੍ਰਬੰਧ। ਮੈਂ ਵੀਰ ਜੀ ਇਹ ਦੇਖਣਾ ਚਾਹਾਂਗਾ ਕਿ ਅਸੀਂ ਵੀ ਹਰ ਸਾਲ ਆਉਂਦੇ ਹਾਂ, ਬੇਸ਼ੱਕ ਬਾਜ਼ਾਰਾਂ ਦੇ ਵਿੱਚ ਸੁੰਨਸਾਨ ਹੈ, ਬਾਜ਼ਾਰਾਂ 'ਚ ਮੈਨੇਜਰ ਸਾਹਿਬ ਸੁੰਨਸਾਨ ਦਿਖਾਈ ਦੇ ਰਹੀ ਹੈ ਪ੍ਰਧਾਨ ਸਾਹਿਬ, ਪਰ ਜਿਵੇਂ ਹੀ ਅਸੀਂ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਦਾਖਲ ਹੁੰਦੇ ਹਾਂ ਸਾਨੂੰ ਉੱਦਾਂ ਦੀਆਂ ਰੌਣਕਾਂ ਦਿਖਾਈ ਦਿੱਤੀਆਂ ਜਿੱਦਾਂ ਹਰ ਸਾਲ ਹੁੰਦੀਆਂ ਨੇ। ਵੈਸੀਆਂ ਲੱਗੀਆਂ ਸੰਗਤ ਜੀ, ਇੱਥੇ ਕਿਸੇ ਤਰ੍ਹਾਂ ਦੀ ਮੈਨੂੰ ਰੌਣਕ 'ਚ ਕਮੀ ਨਹੀਂ ਜੇ ਲੱਗੀ। ਸੰਗਤ ਦੀ ਆਮਦ 'ਚ, ਸੰਗਤ ਦੀ ਇੱਥੇ ਆਓ ਭਗਤ ਦੇ ਵਿੱਚ, ਸੰਗਤ ਦੀ ਭਗਤੀ ਭਾਵਨਾ ਦੇ ਵਿੱਚ ਕੋਈ ਕਮੀ ਨਹੀਂ ਜੇ ਹੈਗੀ। ਬਿਲਕੁਲ ਜੀ, ਇਸੇ ਤਰ੍ਹਾਂ ਹੀ ਜਿੱਦਾਂ ਕਿ ਗੁਰੂ ਨਾਨਕ ਸਾਹਿਬ ਜੀ ਉਦੋਂ ਵਿਆਹਣ ਵਾਸਤੇ ਬਰਾਤ ਦੇ ਰੂਪ ਵਿੱਚ ਇੱਥੇ ਪਹੁੰਚੇ ਸਨ ਤੇ ਉਹ ਨਗਰ ਕੀਰਤਨ ਨਹੀਂ ਅਰਕਾਂ ਸੁਲਤਾਨਪੁਰ ਲੋਧੀ ਤੋਂ ਆ ਰਹੇ ਤੇ ਨਾ ਹੀ ਇੱਥੇ ਨਗਰ ਕੀਰਤਨ ਨਿਕਲਿਆ, ਪਰ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਦੇ ਪਿਆਰ, ਉਹਨਾਂ ਦੇ ਮਨ ਵਿੱਚ ਬੜਾ ਪਿਆਰ ਤੇ ਉਤਸ਼ਾਹ ਗੁਰੂ ਨਾਨਕ ਸਾਹਿਬ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਪ੍ਰਤੀ ਤੋਂ ਆਪਣੀ ਸ਼ਰਧਾ ਭਾਵਨਾ ਦਾ ਪੂਰਾ ਚਾਅ ਮਲਾ ਪੂਰਾ ਕਰ ਰਹੀਆਂ ਹਨ ਤੇ ਨਤਮਸਤਕ ਹੋ ਕੇ ਗੁਰੂ ਸਾਹਿਬ ਜੀ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ। ਗੁਰਬਾਣੀ ਦੇ ਵਿੱਚ ਫਰਮਾਨ ਹੈ ਕਿ ਹਰ ਪ੍ਰਭ ਕਾਜ ਰਚਾਇਆ ਤੇ ਗੁਰਮੁਖ ਵਿਆਹੁਣ ਆਇਆ। ਅਰੇ ਜੋ ਪਾਵਨ ਸਥਾਨ ਹੈ ਜਿੱਥੇ ਤੁਸੀਂ ਦਰਸ਼ਨ ਕਰ ਰਹੇ ਹੋ, ਇਹ ਪਾਵਨ ਸਥਾਨ ਤੇ ਗੁਰਮੁਖ ਨੇ ਸਾਖਾਤ ਨਿਰੰਕਾਰ ਧੰਨ ਗੁਰੂ ਨਾਨਕ ਪਾਤਸ਼ਾਹ ਨਿਰੰਕਾਰ ਦੀ ਜੋਤ ਆਪ ਵਿਆਹੁਣ ਆਏ ਸੀ ਇਸ ਪਾਵਨ ਧਰਤੀ ਦੇ ਉੱਤੇ। ਇਸ ਮਾਮੂਲੀ ਮਿੱਟੀ ਨੂੰ ਸਜਦੇ ਕਰਨ ਦੇ ਲਾਇਕ ਬਣਾਇਆ ਸੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੇ। ਜਦੋਂ ਗੁਰੂ ਨਾਨਕ ਸਾਹਿਬ ਦੇ ਚਰਨ ਇਸ ਮਿੱਟੀ ਨੂੰ ਛੋਹ ਪ੍ਰਾਪਤ ਹੁੰਦੀ ਹੈ, ਇਹ ਆਮ ਜੀ ਮਾਮੂਲੀ ਜੀ ਮਿੱਟੀ ਕਰਮਾਂ ਤੇ ਭਾਗਾਂ ਵਾਲੀ ਹੋ ਜਾਂਦੀ ਹੈ ਔਰ ਇਹ ਪਾਵਨ ਮਿੱਟੀ ਗੁਰੂ ਨਾਨਕ ਦੇ ਚਰਨ ਛੋਹ ਹੋਣ ਤੋਂ ਬਾਅਦ ਪੂਜਣ ਯੋਗ ਹੋ ਜਾਂਦੀ ਹੈ, ਸਜਦੇ ਕਰਨ ਦੇ ਯੋਗ ਹੋ ਜਾਂਦੀ ਹੈ। ਇਸ ਮਿੱਟੀ ਤੇ ਜਿੱਥੇ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਹੋਣਾ ਕਿ ਇੱਥੇ ਲੋਕ ਖੜੇ ਹੋ ਕੇ ਅਰਦਾਸਾਂ ਕਰਨਗੇ, ਇੱਥੋਂ ਲੋਕ ਖੜੇ ਹੋ ਕੇ ਆਪਣੀਆਂ ਖਾਲੀ ਝੋਲੀਆਂ ਭਰ ਕੇ ਲੈ ਕੇ ਜਾਣਗੇ। ਇੱਥੇ ਹਰ ਸਾਲ ਏਡੇ ਏਡੇ ਵੱਡੇ ਵੱਡੇ ਸਮਾਗਮ ਹੋਇਆ ਕਰਨਗੇ ਗੁਰੂ ਨਾਨਕ ਪਾਤਸ਼ਾਹ ਤੇ ਮਾਤਾ ਸੁਲੱਖਣੀ ਦੀ ਯਾਦ ਦੇ ਵਿੱਚ। ਏਡੇ ਏਡੇ ਮਹਾਨ ਕੀਰਤਨ ਆਰੰਭ ਹੋਣਗੇ, ਮਹਾਨ ਸਮਾਗਮ ਹੋਣਗੇ। ਪਰ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋਈ ਸਥਾਨ ਸੁਹਾਵਾ ਮੇਰੇ ਰਾਮ ਰਾਜੇ। ਸੋ ਇਹ ਸਥਾਨ ਸੁਹਾਵੇ ਹੋ ਗਏ। ਸੋ ਇਹ ਜੋ ਥੜਾ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ, ਇਹ ਉਹ ਸਥਾਨ ਹੈ ਜਿਸ ਸਥਾਨ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਜੀ ਔਰ ਜਗਤ ਮਾਤਾ ਮਾਤਾ ਸੁਲੱਖਣੀ ਜੀ ਉਹਨਾਂ ਦੇ ਆਨੰਦ ਕਾਰਜ ਹੋਏ ਸੀ। ਇਸ ਸਥਾਨ ਦੇ ਉੱਤੇ ਗ੍ਰਸਥ ਜੀਵਨ, ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਭ ਤੋਂ ਉੱਤਮ ਤੇ ਸਭ ਤੋਂ ਉੱਚਾ ਧਰਮ ਦੱਸਿਆ, ਗ੍ਰਸਥ ਦਾ ਧਰਮ, ਸੋ ਉਹਦੇ ਵਿੱਚ ਬੰਦੇ ਸੀ ਨਿਰੰਕਾਰ ਜੋਤ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ। ਇੱਕ ਪ੍ਰਧਾਨ ਸਾਹਿਬ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਜੋ ਮਾਤਾ ਸੁਲੱਖਣੀ ਦਾ ਪਰਿਵਾਰ ਹੈ, ਇੱਕ ਵਾਰੀ ਜ਼ਰੂਰ ਉਹਨਾਂ ਦੇ ਪਰਿਵਾਰ ਵੱਲੋਂ ਸਾਡੀਆਂ ਸੰਗਤਾਂ ਨੂੰ ਦੱਸ ਦਿਓ ਕਿ ਉਹਨਾਂ ਦੇ ਪਿਤਾ ਦਾ ਕੀ ਨਾਂ ਸੀ, ਮਾਤਾ ਦਾ ਕੀ ਨਾਂ ਸੀ, ਔਰ ਅੱਗੋਂ ਜੇ ਕਹੋ ਤੇ ਅਸੀਂ ਹੋਰ ਕਰਨਾ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਗੁਰੂ ਨਾਨਕ ਜੀ ਦੇ ਪਿਤਾ ਦਾ ਨਾਮ ਮਾਤਾ ਕਿਆਲੂ ਜੀ ਸੀ। ਜੀ ਜੀ। ਉਸ ਵੇਲੇ ਪਟਵਾਰੀ ਸਨ ਕਿ ਜਦੋਂ ਕੋਈ ਵਿਰਲਾ ਹੀ ਆਦਮੀ ਇਸ ਪਦਵੀ ਤੇ ਪਹੁੰਚਦਾ ਹੈ, ਕਿਉਂਕਿ ਇਹ ਜਿਹੜਾ ਸਥਾਨ ਹੈ ਨਾ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇਣ ਹੈ। ਕਿਉਂਕਿ ਮਨ ਦੀਆਂ ਭਾਵਨਾ ਜ਼ਾਹਰ ਕਰਨੀਆਂ ਬੜੀਆਂ ਔਖੀਆਂ ਨੇ। ਮੈਨੂੰ ਯਾਦ ਹੈ ਕਿ ਜਿਸ ਵੇਲੇ ਇਸ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਕੀਤੇ ਸੀ, ਦਾਸ ਨੂੰ ਉਸ ਵੇਲੇ ਸੇਵਾ ਮਿਲੀ ਸੀ ਔਰ ਕਾਫੀ ਦੇ 35 ਸਾਲ ਹੋ ਗਏ ਨੇ ਇਸ ਸਥਾਨ ਤੇ ਆਉਂਦਿਆਂ ਸੇਵਾ ਕਰਦਿਆਂ। ਜੋ ਇੱਥੋਂ ਪ੍ਰਾਪਤ ਹੋਇਆ ਨਾ, ਉਹ ਮੈਂ ਬਿਆਨ ਨਹੀਂ ਕਰ ਸਕਦਾ, ਕਿਉਂਕਿ ਸਾਰੇ ਸੰਸਾਰ 'ਚੋਂ ਜੋ ਸੰਗਤਾਂ ਜਿਨ੍ਹਾਂ ਦੇ ਬੱਚਿਆਂ ਦਾ ਵਿਆਹ ਕਾਰਜ ਨਹੀਂ ਹੁੰਦਾ, ਇੱਥੇ ਅਰਦਾਸ ਕਰਾਉਣ ਵਾਸਤੇ ਆਉਂਦੀ ਹੈ ਤੇ ਜਦੋਂ ਉਹਨਾਂ ਦੀ ਅਰਦਾਸ ਪੂਰੀ ਹੁੰਦੀ ਹੈ ਨਾ, ਤੇ ਫਿਰ ਜਦੋਂ ਅਗਲੇ ਸਾਲ ਆਉਂਦੇ ਨੇ, ਫਿਰ ਉਹਨਾਂ ਦੀ ਭਾਵਨਾ ਨੂੰ ਨਾ ਜੋ ਸਰਵਣ ਕਰੀਦਾ ਤੇ ਅੱਖਾਂ 'ਚੋਂ ਅਥਰੂ ਵਗਦੇ ਨੇ ਕਿ ਕਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੂੰ ਅਸ਼ੀਰਵਾਦ ਦਿੰਦੇ ਨੇ। ਇਹ ਸਾਡੇ ਮਨ ਦੀ ਭਾਵਨਾ ਨੇ। ਹਰ ਆਦਮੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਚਾਹੀਦਾ ਹੈ। ਆਪਣੀਆਂ ਭਾਵਨਾ ਜਿਹੜੀਆਂ ਨੇ ਨਾ, ਸਾਹਿਬ ਗੁਰੂ ਗ੍ਰੰਥ ਸਾਹਿਬ ਅੱਗੇ ਭਾਵਨਾ ਪ੍ਰਗਟ ਕਰਨੀਆਂ ਚਾਹੀਦੀਆਂ ਨੇ, ਤੇ ਜਦੋਂ ਪ੍ਰਗਟ ਕਰੇਗਾ ਵਾਹਿਗੁਰੂ ਸਾਡੀਆਂ ਸੁਣਦਾ ਹੈ। ਕੋਈ ਐਸੀ ਅਰਦਾਸ ਨਹੀਂ ਜਿਹੜੀ ਬਿਰਥੀ ਹੋਵੇ ਜਾਂਦੀ ਹੋਵੇ, ਇਹ ਝੋਲੀਆਂ ਭਰਦਾ ਹੈ। ਇਸੇ ਤਰ੍ਹਾਂ ਹੀ ਅਸੀਂ ਨਹੀਂ ਰਹਿਣਾ,
ਲੇਕਿਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਥੇ ਸਦਾ ਹੀ ਬਿਰਾਜਮਾਨ ਰਹਿਣਗੇ ਔਰ ਇਸੇ ਤਰ੍ਹਾਂ ਹੀ ਸੰਗਤਾਂ ਆ ਕੇ ਇੱਥੇ ਨਤਮਸਤਕ ਹੋਣਗੀਆਂ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 533 ਸਾਲ ਪਹਿਲੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਇਸ ਬਟਾਲਾ ਦੀ ਧਰਤੀ ਨੂੰ ਭਾਗ ਲਗਾਉਣ ਵਾਸਤੇ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਆਏ ਸੀ, ਉਸ ਸਮੇਂ ਸਿਰਫ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਾਣਦੇ ਸੀ ਜਾਂ ਜੋ ਨਿਰੰਕਾਰ ਨੂੰ ਜਾਣਦੇ ਸੀ, ਜਿਨ੍ਹਾਂ ਦੀ ਇੰਨੀ ਲਾਈਟ ਪਰਮਾਤਮਾ ਨੇ ਰੌਸ਼ਨੀ ਦਿਮਾਗ ਨੂੰ ਦਿੱਤੀ ਹੋਈ ਸੀ ਕਿ ਜਿਨ੍ਹਾਂ ਨੂੰ ਪਤਾ ਸੀ ਕਿ ਸਾਖਸ਼ਾਤ ਪਰਮਾਤਮਾ ਨੇ, ਗੁਰੂ ਨਾਨਕ ਨਹੀਂ ਹੈਗੇ, ਇਹ ਨਾਨਕ ਨਹੀਂ ਹੈ, ਗੁਰੂ ਨਾਨਕ ਨੇ, ਯਾਨੀ ਕਿ ਸਾਖਸ਼ਾਤ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੇ। ਸੋ ਐਸੀ ਉਹਨਾਂ ਦੇ ਨਾਲ ਸੰਗਤ ਵੀ ਆਈ ਸੀ। ਬਾਰਾਤ ਰੂਪੀ ਉਸ ਸੰਗਤ ਦੇ ਵਿੱਚ ਸਾਧੂ ਸੰਤ ਮਹਾਤਮਾ ਸੀ। ਇਸ ਜਗ੍ਹਾ ਤੇ ਜਿੱਥੇ ਅਸੀਂ ਖੜੇ ਹਾਂ, ਰਾਜੇ ਮਹਾਰਾਜੇ ਉਸ ਸਮੇਂ ਦੇ ਹਾਕਮ, ਪਟਵਾਰੀ, ਤਹਿਸੀਲਦਾਰ ਜੋ ਹੁੰਦੇ ਨੇ, ਉਹ ਲੋਕ ਵੀ ਇਸ ਸਮੇਂ ਇੱਥੇ ਹਾਜ਼ਰ ਸੀ, ਸਜਦੇ ਹੋਏ ਮੱਥਾ ਟੇਕਿਆ। ਔਰ ਅੱਜ ਉਸੇ ਹੀ ਸਥਾਨ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆ ਕੇ ਸਜਦੇ ਕਰ ਰਹੀ ਹੈ, ਖੁਸ਼ੀਆਂ ਲੈ ਰਹੀ ਹੈ, ਝੋਲੀਆਂ ਭਰ ਰਹੀ ਹੈ। ਸੋ ਜਿੱਥੇ ਫਿਰ ਦਾ ਟੀਵੀ NRI ਸਮੁੱਚੀ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ, ਉੱਥੇ ਨਾਲ ਹੀ ਆਪ ਸਭ ਦਾ ਵੀ ਬਹੁਤ ਬਹੁਤ ਧੰਨਵਾਦੀ ਹੈ, ਕਿਉਂਕਿ ਤੁਹਾਡੀ ਬਦੌਲਤ ਇਹ ਜੋ ਸਮਾਗਮ ਨੇ ਇਹਨਾਂ ਦੀਆਂ ਰੌਣਕਾਂ ਦੁੱਗਣੀਆਂ ਤਿਗਣੀਆਂ ਹੁੰਦੀਆਂ, ਕਿਉਂਕਿ ਸਮਾਗਮਾਂ ਦਾ ਧਿਆਨ ਰੱਖਣਾ, ਪ੍ਰਬੰਧ ਕਰਨੇ ਬਹੁਤ ਵੱਡੀ ਚੁਣੌਤੀ ਹੁੰਦੀ ਹੈ ਜੀ। ਇਹ ਜਿੱਥੇ ਗੁਰਦੁਆਰਾ ਡੇਰਾ ਸਾਹਿਬ ਇਸ ਵੇਲੇ ਸਥਾਪਿਤ ਹੈ, ਉਹਦੇ ਨਾਲ ਹੀ ਗੁਰਦੁਆਰਾ ਸ੍ਰੀ ਕੰਧ ਸਾਹਿਬ ਹੈ ਜੀ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਵਿਆਹੁਣ ਵਾਸਤੇ ਆਏ ਸੀ, ਉਸ ਕੱਚੀ ਕੰਧ ਥੱਲੇ ਜੋ ਨਾਲ ਹੀ ਗੁਰਦੁਆਰਾ ਕੰਧ ਸਾਹਿਬ ਹੈ, ਉੱਥੇ ਬੈਠੇ ਸੀ। ਔਰ ਇੱਕ ਉਸ ਵੇਲੇ ਸਮੇਂ ਬਰਸਾਤ ਹੋ ਰਹੀ ਸੀ। ਇੱਕ ਬਜ਼ੁਰਗ ਮਾਤਾ ਜੀ ਆਏ, ਉਹ ਕਹਿਣ ਲੱਗੇ, ਬੇਟਾ ਜੀ ਇਸ ਦੀਵਾਰ ਤੋਂ ਪਰੇ ਹੋ ਕੇ ਬੈਠੋ, ਇਹ ਡਿੱਗਣ ਵਾਲੀ ਹੈ। ਤੇ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਬਚਨ ਕੀਤਾ ਸੀ ਕਿ ਮਾਤਾ ਜੀ ਇਹ ਜਿਹੜੀ ਦੀਵਾਰ ਹੈ ਨਾ, ਕੱਚੀ ਕੰਧ ਹੈ, ਇਹ ਸਦਾ ਹੀ ਇਸੇ ਤਰ੍ਹਾਂ ਹੀ ਅਮਰ ਰਹੇਗੀ ਔਰ ਸਾਡੇ ਵਿਆਹ ਦੀ ਨਿਸ਼ਾਨੀ ਹੋਵੇਗੀ। ਉਹ ਵੀ ਸਾਡੇ ਸ਼ਹਿਰ ਬਟਾਲਾ ਵਿਖੇ ਗੁਰਦੁਆਰਾ ਸ੍ਰੀ ਕੰਧ ਸਾਹਿਬ, ਜਿੱਥੇ ਲੱਖਾਂ ਸੰਗਤਾਂ ਰੋਜ਼ ਆ ਕੇ ਨਤਮਸਤਕ ਹੁੰਦੀਆਂ ਹਨ। ਉਹਨਾਂ ਪ੍ਰਬੰਧਕਾਂ ਵੱਲੋਂ ਵੀ, ਮੈਨੇਜਰ ਸਾਹਿਬ ਵੱਲੋਂ ਸਭ ਸੰਗਤਾਂ ਨੂੰ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਾਧ ਸੰਗਤ ਜੀ, ਆਓ ਅਸੀਂ ਸਾਰੇ ਮਿਲ ਕੇ, ਤੁਸੀਂ ਕੈਮਰੇ ਦੇ ਜ਼ਰੀਏ ਔਰ ਅਸੀਂ ਆਪ ਇੱਥੇ, ਸਾਡੇ ਕਰਮ ਚੰਗੇ, ਸਾਡੇ ਭਾਗ ਚੰਗੇ ਕਿ ਅਸੀਂ ਗੁਰੂ ਦੇ ਚਰਨਾਂ 'ਚ ਆਪ ਖੜੇ ਹਾਂ। ਤੁਹਾਡੇ ਸਾਰਿਆਂ ਵੱਲੋਂ ਵੀ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਤੁਹਾਡੀ ਤੰਦਰੁਸਤੀ ਲਈ, ਤੁਹਾਡੀ ਮਨੋਕਾਮਨਾ ਪੂਰੀਆਂ ਹੋਣ, ਉਹਦੇ ਲਈ ਅਰਦਾਸ ਬੇਨਤੀ ਕਰਦੇ ਹਾਂ। ਸੋ ਆਓ ਗੁਰਫਤਿਹ ਦੀ ਸਾਂਝ ਪਾਉਂਦੇ ਹੋਏ ਸਜਦਾ ਕਰਦੇ ਹਾਂ, ਮੱਥਾ ਟੇਕਦੇ ਹਾਂ ਔਰ ਅਰਦਾਸ ਕਰਦੇ ਹਾਂ ਕਿ ਮਾਲਕਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਭ ਤੋਂ ਪਹਿਲਾਂ ਤਾਂ ਸੰਗਤ ਵੱਲੋਂ ਵਧਾਈਆਂ ਪ੍ਰਵਾਨ ਕਰਿਓ ਔਰ ਉਹਨਾਂ ਨੂੰ ਆਪਣੀਆਂ ਮਿਹਰਾਂ ਦੇ ਨਾਲ ਨਿਹਾਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।